बहुत ही प्यारे विद्यार्थियों, मैं मनजीत पुरी ਲੈਕਚਰਰ ਪੰਜਾਬੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੋਖਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਹਾਜ਼ਰ ਹਾਂ ਅੱਜ ਦਾ ਇਹ ਲੈਕਚਰ ਲੈ ਕੇ। ਅੱਜ ਦੇ ਇਸ ਲੈਕਚਰ ਦੇ ਵਿੱਚ ਆਪਾਂ ਪ੍ਰੋਫੈਸਰ ਪੂਰਨ ਸਿੰਘ ਹੋਰਾਂ ਦੀਆਂ ਦੋ ਕਵਿਤਾਵਾਂ ਪੰਜਾਬ ਦੇ ਮਜ਼ੂਰ ਅਤੇ ਖੂਹ ਉੱਤੇ ਪੜ੍ਹਾਂਗੇ। ਇਸ ਦੇ ਨਾਲ ਹੀ ਪਿਆਰੇ ਬੱਚਿਓ ਆਪਾਂ ਅੱਜ ਪ੍ਰੋਫੈਸਰ ਪੂਰਨ ਸਿੰਘ ਦੇ ਜੀਵਨ ਬਾਰੇ ਕੁਝ ਗੱਲਾਂ ਔਰ ਪੰਜਾਬੀ ਕਵਿਤਾ ਨੂੰ, ਪੰਜਾਬੀ ਸਾਹਿਤ ਨੂੰ ਉਹਨਾਂ ਦੀ ਦੇਣ ਬਾਰੇ ਕੁਝ ਗੱਲਾਂ ਔਰ ਕੁਝ ਗੱਲਾਂ ਉਹਨਾਂ ਦੇ ਜੀਵਨ ਬਾਰੇ ਇਸ ਲੈਕਚਰ ਦੇ ਵਿੱਚ ਪੜ੍ਹਾਂਗੇ। ਆਓ ਅੱਜ ਦਾ ਇਹ ਲੈਕਚਰ ਆਪਾਂ ਸ਼ੁਰੂ ਕਰਦੇ ਹਾਂ। ਪ੍ਰੋਫੈਸਰ ਪੂਰਨ ਸਿੰਘ ਆਧੁਨਿਕ ਪੰਜਾਬੀ ਕਵਿਤਾ ਦੇ ਮਾਣਯੋਗ ਹਸਤਾਖਰ ਅਤੇ ਸਮਰੱਥ ਕਵੀ ਮੰਨੇ ਜਾਂਦੇ ਆ। ਪੰਜਾਬੀ ਸਾਹਿਤ ਨੂੰ ਔਰ ਪੰਜਾਬੀ ਕਵਿਤਾ ਨੂੰ ਪ੍ਰੋਫੈਸਰ ਪੂਰਨ ਸਿੰਘ ਹੋਰਾਂ ਦੀ ਦੇਣ ਉਹ ਬਹੁਤ ਵਡਮੁੱਲੀ ਹੈ। ਅੱਜ ਆਪਾਂ ਪ੍ਰੋਫੈਸਰ ਪੂਰਨ ਸਿੰਘ ਹੋਰਾਂ ਦੇ ਜੀਵਨ ਬਾਰੇ ਕੁਝ ਗੱਲਾਂ ਔਰ ਪੰਜਾਬੀ ਸਾਹਿਤ ਨੂੰ ਇਹਨਾਂ ਦੀ ਦੇਣ ਬਾਰੇ ਕੁਝ ਗੱਲਾਂ ਕਰਾਂਗੇ ਅਤੇ ਨਾਲ ਨਾਲ ਉਹਨਾਂ ਦੀਆਂ ਕੁਝ ਕਵਿਤਾਵਾਂ ਜੋ ਸਾਡੇ ਪਾਠਕ੍ਰਮ ਦੇ ਵਿੱਚ ਸ਼ਾਮਲ ਆ ਉਹ ਪੜ੍ਹਾਂਗੇ। ਤਾਂ ਸਭ ਤੋਂ ਪਹਿਲੀ ਗੱਲ ਕਿ ਪ੍ਰੋਫੈਸਰ ਪੂਰਨ ਸਿੰਘ ਦੇਖਣ ਦੇ ਵਿੱਚ ਜਾਂ ਦਿੱਖ ਦੇ ਪੱਖੋਂ ਸਾਲਮ ਸਿੱਖ ਸੀਗੇ। ਭਾਵੇਂ ਕਿ ਸਿੱਖੀ ਜੀਵਨ ਧਾਰਨ ਕਰਨ ਤੋਂ ਪਹਿਲਾਂ ਉਹਨਾਂ ਨੇ ਹੋਰ ਬਹੁਤ ਸਾਰੇ ਦਰਸ਼ਨਾਂ ਦਾ ਅਧਿਐਨ ਵੀ ਕੀਤਾ ਔਰ ਬਹੁਤ ਸਾਰੇ ਧਰਮ ਜਿਹੜੇ ਹੈ ਉਹ ਸਮੇਂ-ਸਮੇਂ 'ਤੇ ਅਡੋਪਟ ਵੀ ਕੀਤੇ, ਪਰ ਅਖੀਰ ਦੇ ਵਿੱਚ ਉਹ ਸਿੱਖੀ ਨਾਲ ਬਹੁਤ ਡੂੰਘੀ ਤਰ੍ਹਾਂ ਜੁੜੇ। ਪ੍ਰੋਫੈਸਰ ਪੂਰਨ ਸਿੰਘ ਹੋਰਾਂ ਦਾ ਜਨਮ 17 ਫਰਵਰੀ 1881 ਈਸਵੀ ਨੂੰ ਸਲਹੱਡ ਜ਼ਿਲ੍ਹਾ ਐਬਟਾਬਾਦ ਵਿਖੇ ਹੋਇਆ। ਐਬਟਾਬਾਦ ਬੱਚਿਓ ਅੱਜ ਕੱਲ੍ਹ ਪਾਕਿਸਤਾਨ ਦੇ ਵਿੱਚ ਹੈ ਅਤੇ ਕਿਸੇ ਵੇਲੇ ਅਣਵੰਡੇ ਪੰਜਾਬ ਦੇ ਵਿੱਚ ਇਹ ਜ਼ਿਲ੍ਹਾ ਐਬਟਾਬਾਦ ਪੰਜਾਬ ਦਾ ਹਿੱਸਾ ਹੁੰਦਾ ਸੀਗਾ ਅਤੇ ਉਸ ਐਬਟਾਬਾਦ ਦੇ ਬਿਲਕੁਲ ਨਾਲ ਲੱਗਦੇ ਇੱਕ ਛੋਟੇ ਜਿਹੇ ਪਿੰਡ ਸਲਹੱਡ ਦੇ ਵਿੱਚ ਪ੍ਰੋਫੈਸਰ ਪੂਰਨ ਸਿੰਘ ਹੋਰਾਂ ਦਾ ਜਨਮ 17 ਫਰਵਰੀ 1881 ਈਸਵੀ ਨੂੰ ਹੋਇਆ ਸੀ। ਔਰ ਅੰਗਰੇਜ਼ਾਂ ਦੇ ਵੇਲੇ ਇਸ ਐਬਟਾਬਾਦ ਨੂੰ ਬਹੁਤ ਸਾਰੇ ਲੋਕ ਹੈਬਟਾਬਾਦ ਵੀ ਕਹਿੰਦੇ ਹੁੰਦੇ ਸੀਗੇ। ਤੋ ਇਹ ਦੋਵੇਂ ਨਾਵਾਂ ਨਾਲ ਇਹ ਸ਼ਹਿਰ, ਛੋਟਾ ਜਿਹਾ ਸ਼ਹਿਰ ਸੀ, ਜਾਣਿਆ ਜਾਂਦਾ। ਔਰ ਸਲਹੱਡ ਨਾਮੀ ਪਿੰਡ ਆ ਜਿਹੜਾ ਉਸ ਸ਼ਹਿਰ ਦੇ ਬਿਲਕੁਲ ਨਾਲ ਲੱਗਦਾ ਪਿੰਡ ਸੀ ਜਿੱਥੇ ਪ੍ਰੋਫੈਸਰ ਪੂਰਨ ਸਿੰਘ ਹੋਰਾਂ ਦਾ ਜਨਮ ਹੋਇਆ। ਪ੍ਰੋਫੈਸਰ ਪੂਰਨ ਸਿੰਘ ਹੋਰਾਂ ਦੇ ਪਿਤਾ ਦਾ ਨਾਮ ਸਰਦਾਰ ਕਰਤਾਰ ਸਿੰਘ ਸੀ ਔਰ ਮਾਤਾ ਦਾ ਨਾਮ ਸ਼੍ਰੀਮਤੀ ਪਰਮਾ ਦੇਵੀ ਸੀ। ਪ੍ਰੋਫੈਸਰ ਪੂਰਨ ਸਿੰਘ ਹੋਰਾਂ ਨੇ ਪੰਜਾਬੀ ਦੇ ਵਿੱਚ ਬਹੁਤ ਸਾਰੀਆਂ ਰਚਨਾਵਾਂ ਲਿਖੀਆਂ ਔਰ ਕਮਾਲ ਦੀ ਗੱਲ ਇਹ ਆ ਕਿ ਪੰਜਾਬੀ ਦੇ ਵਿੱਚ ਲਿਖਣ ਦੇ ਨਾਲ ਨਾਲ ਪ੍ਰੋਫੈਸਰ ਪੂਰਨ ਸਿੰਘ ਹੋਰਾਂ ਨੇ ਅੰਗਰੇਜ਼ੀ ਦੇ ਵਿੱਚ ਬਹੁਤ ਸਾਰਾ ਸਾਹਿਤ ਲਿਖਿਆ। ਉਹਨਾਂ ਨੇ ਆਪਣੀ ਮੁੱਢਲੀ ਸਿੱਖਿਆ ਜਿਹੜੀ ਉਹ ਐਬਟਾਬਾਦ ਤੋਂ ਲਈ ਸੀ, ਲੇਕਿਨ ਉਸ ਤੋਂ ਬਾਅਦ ਪ੍ਰੋਫੈਸਰ ਪੂਰਨ ਸਿੰਘ ਹੋਰਾਂ ਦੇ ਜੀਵਨ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਉਹ ਵਾਪਰੀਆਂ, ਜਿਹੜੀਆਂ ਇੱਕ ਦੋ ਗੱਲਾਂ ਮੈਂ ਤੁਹਾਡੇ ਨਾਲ ਇੱਥੇ ਉਹਨਾਂ ਦੀਆਂ ਰਚਨਾਵਾਂ ਬਾਰੇ ਗੱਲ ਕਰਦਿਆਂ ਸਾਂਝੀਆਂ ਕਰ ਲੈਂਦਾ, ਕਿਉਂਕਿ ਰਚਨਾਵਾਂ ਦੇ ਵਿੱਚ ਉਹਨਾਂ ਸਾਰੀਆਂ ਚੀਜ਼ਾਂ ਦਾ ਲਗਭਗ ਜ਼ਿਕਰ ਹੋਣਾ ਕਿ ਮੁੱਢਲੀ ਸਿੱਖਿਆ ਜਾਂ ਸਕੂਲੀ ਪੱਧਰ ਦੀ ਸਿੱਖਿਆ ਹਾਸਲ ਕਰਨ ਤੋਂ ਬਾਅਦ ਉੱਚ ਵਿੱਦਿਆ ਲਈ ਪ੍ਰੋਫੈਸਰ ਪੂਰਨ ਸਿੰਘ ਹੋਰਾਂ ਨੂੰ ਜਾਪਾਨ ਭੇਜਿਆ ਗਿਆ ਸੀ। ਜਾਪਾਨ ਦੇ ਵਿੱਚ ਉਹ ਰਸਾਇਣਿਕ ਵਿਗਿਆਨ ਦੀ ਸਿੱਖਿਆ ਲੈਣ ਵਾਸਤੇ ਗਏ ਸੀ, ਪਰ ਉੱਥੇ ਜਾ ਕੇ ਉਹਨਾਂ ਨੇ ਦੇਖਿਆ ਕਿ ਉਹਨਾਂ ਵੇਲਿਆਂ ਦੇ ਵਿੱਚ ਜਾਪਾਨ ਦੇ ਵਿੱਚ ਬੁੱਧ ਧਰਮ ਦਾ ਬਹੁਤ ਬੋਲਬਾਲਾ ਸੀ। ਜਾਪਾਨੀ ਲੋਕ ਬੋਧੀ ਬਹੁਤ ਸੀਗੇ, ਤਾਂ ਉਹਨਾਂ ਦੇ ਪ੍ਰਭਾਵ ਦੇ ਵਿੱਚ ਆ ਕੇ ਪ੍ਰੋਫੈਸਰ ਪੂਰਨ ਸਿੰਘ ਹੋਰੀ
ਬੁੱਧ ਧਰਮ ਵੱਲ ਆਕਰਸ਼ਿਤ ਹੋਏ ਤਾਂ ਉਹਨਾਂ ਨੇ ਬੁੱਧ ਧਰਮ ਦਾ ਬਹੁਤ ਸਾਰਾ ਅਧਿਐਨ ਵੀ ਕੀਤਾ, ਬੁੱਧ ਧਰਮ ਬਾਰੇ ਬਹੁਤ ਸਾਰਾ ਲਿਖਿਆ ਵੀ, ਅਤੇ ਖੁਦ ਵੀ ਜਿਹੜਾ ਹੈਗਾ ਉਹ ਕੁਝ ਸਮੇਂ ਲਈ ਬੁੱਧ ਹੀ ਬਣ ਗਏ। ਪਰ ਉੱਥੇ ਹੀ ਫਿਰਦਿਆਂ ਫਿਰਦਿਆਂ, ਤੁਰਦਿਆਂ ਫਿਰਦਿਆਂ ਇਹਨਾਂ ਦੀ ਮੁਲਾਕਾਤ ਸਵਾਮੀ ਰਾਮ ਤੀਰਥ ਨਾਲ ਹੋਈ, ਜਿਹੜੇ ਕਿ ਭਾਰਤ ਦੇ ਵੱਡੇ ਸੰਨਿਆਸੀ ਮੰਨੇ ਜਾਂਦੇ ਸੀਗੇ। ਤਾਂ ਉਹਨਾਂ ਦੇ ਪ੍ਰਭਾਵ ਦੇ ਵਿੱਚ ਆ ਕੇ ਪ੍ਰੋਫੈਸਰ ਪੂਰਨ ਸਿੰਘ ਹੋਰੀ ਸੰਨਿਆਸੀ ਬਣ ਗਏ। ਲੇਕਿਨ ਕੁਝ ਸਮਾਂ ਬਾਅਦ ਜਦੋਂ ਪ੍ਰੋਫੈਸਰ ਪੂਰਨ ਸਿੰਘ ਪੰਜਾਬ ਵਾਪਸ ਆਏ, ਇੱਥੇ ਵਾਪਸ ਆ ਕੇ ਉਹਨਾਂ ਦਾ ਸੰਪਰਕ ਪੰਜਾਬੀ ਦੇ ਵੱਡੇ ਕਵੀ, ਆਧੁਨਿਕ ਪੰਜਾਬੀ ਕਵਿਤਾ ਦੇ ਮੋਢੀ ਕਵੀ ਭਾਈ ਵੀਰ ਸਿੰਘ ਨਾਲ ਹੋਇਆ। ਅਤੇ ਜਦੋਂ ਭਾਈ ਵੀਰ ਸਿੰਘ ਨੂੰ ਉਹ ਮਿਲੇ ਇੱਥੇ ਆ ਕੇ, ਤਾਂ ਫਿਰ ਉਹ ਜਿਹੜਾ ਹੈਗਾ ਉਹਨਾਂ ਨੇ ਸਿੱਖ ਧਰਮ ਅਡੋਪਟ ਕਰ ਲਿਆ। ਤਾਂ ਕੁੱਲ ਮਿਲਾ ਕੇ ਤਿੰਨ ਤਰ੍ਹਾਂ ਦੀਆਂ ਫਿਲਾਸਫੀਆਂ, ਤਿੰਨ ਤਰ੍ਹਾਂ ਦੇ ਦਰਸ਼ਨ ਪ੍ਰੋਫੈਸਰ ਪੂਰਨ ਸਿੰਘ ਦੇ ਅੰਦਰ ਵਿਦਮਾਨ ਸੀਗੇ, ਜਿਨ੍ਹਾਂ ਦੇ ਵਿੱਚ ਬੁੱਧਿਜ਼ਮ ਵੀ ਸੀਗਾ, ਜਿਨ੍ਹਾਂ ਦੇ ਵਿੱਚ ਸੰਨਿਆਸ ਵੀ ਸੀਗਾ, ਔਰ ਜਿਨ੍ਹਾਂ ਦੇ ਵਿੱਚ ਗੁਰਮਤ ਜਾਂ ਸਿੱਖਿਜ਼ਮ ਵੀ ਸੀਗਾ। ਤਾਂ ਤਿੰਨ ਫਿਲਾਸਫੀਆਂ ਦਾ ਸੁਮੇਲ ਸਾਡਾ ਪੰਜਾਬੀ ਦਾ ਮਾਣ ਮੱਤਾ ਕਵੀ ਪ੍ਰੋਫੈਸਰ ਪੂਰਨ ਸਿੰਘ ਸੀ। ਅਤੇ ਪੂਰਨ ਸਿੰਘ ਨੇ ਪੰਜਾਬੀ ਦੇ ਵਿੱਚ ਕਵਿਤਾਵਾਂ ਲਿਖੀਆਂ, ਪੰਜਾਬੀ ਦੇ ਵਿੱਚ ਲੇਖ ਲਿਖੇ, ਬਹੁਤ ਸਾਰੇ ਲਿਟਰੇਚਰ ਦਾ ਅਨੁਵਾਦ ਕੀਤਾ, ਪਰ ਉਹਨਾਂ ਨੇ ਅੰਗਰੇਜ਼ੀ ਦੇ ਵਿੱਚ ਬਹੁਤ ਸਾਰੀਆਂ ਰਚਨਾਵਾਂ ਲਿਖੀਆਂ, ਜਿਨ੍ਹਾਂ ਬਾਰੇ ਆਪਾਂ ਗੱਲਬਾਤ ਕਰ ਰਹੇ ਸੀ। ਤਾਂ ਉਹਨਾਂ ਦੀ ਪਹਿਲੀ ਕਿਤਾਬ ਅੰਗਰੇਜ਼ੀ ਦੇ ਵਿੱਚ ਸੀ ਦੀ ਸਿਸਟਰਸ ਆਫ ਸਪਿਨਿੰਗ ਵੀਲ, ਔਰ ਦੂਸਰੀ ਕਿਤਾਬ ਸੀ ਅਨਸਟਰੰਗ ਬੀਡਸ, ਤੀਸਰੀ ਕਿਤਾਬ ਸੀ ਉਹਨਾਂ ਦੀ ਦੀ ਸਪਿਰਿਟ ਆਫ ਓਰੀਐਂਟਲ ਪੋਇਟਰੀ। ਇਹ ਕਵਿਤਾ ਬਾਰੇ ਉਹਨਾਂ ਦੀ ਕਿਤਾਬ ਸੀਗੀ। ਔਰ ਅਗਲੀ ਕਿਤਾਬ ਸੀ ਦੀ ਬੁੱਕ ਆਫ 10 ਮਾਸਟਰਸ। 10 ਮਾਸਟਰਸ ਉਹ ਪੰਜਾਬ ਦੇ 10 ਗੁਰੂ ਸਾਹਿਬਾਨ ਬਾਰੇ ਪ੍ਰੋਫੈਸਰ ਪੂਰਨ ਸਿੰਘ ਜੀ ਇਹ ਕਿਤਾਬ ਲਿਖਦੇ ਨੇ। ਔਰ ਇਸੇ ਤਰ੍ਹਾਂ ਹੀ ਉਹਨਾਂ ਦੀ ਕਿਤਾਬ ਸੀ ਦੀ ਲਾਈਫ ਆਫ ਸਵਾਮੀ ਰਾਮ ਤੀਰਥ। ਜਿਵੇਂ ਮੈਂ ਤੁਹਾਨੂੰ ਦੱਸ ਕੇ ਹਟਿਆ ਕਿ ਸਵਾਮੀ ਰਾਮ ਤੀਰਥ ਦੇ ਸੰਪਰਕ ਦੇ ਵਿੱਚ ਉਹ ਰਹੇ ਅਤੇ ਸੰਨਿਆਸੀ ਵੀ ਬਣੇ, ਅਤੇ ਉਹਨਾਂ ਨੇ ਫਿਰ ਸਵਾਮੀ ਰਾਮ ਤੀਰਥ ਜੀ ਬਾਰੇ ਕਿਤਾਬ ਵੀ ਲਿਖੀ, ਜਿਹੜੀ ਕਿ ਅੰਗਰੇਜ਼ੀ ਦੇ ਵਿੱਚ ਸੀ ਦੀ ਲਾਈਫ ਆਫ ਸਵਾਮੀ ਰਾਮ ਤੀਰਥ। ਇਸੇ ਤਰ੍ਹਾਂ ਹੀ ਉਹਨਾਂ ਦੀ ਇੱਕ ਕਿਤਾਬ ਸੀ ਦੀ ਵਾਇਸ ਆਫ ਵਿੰਡਸ ਐਂਡ ਵਾਟਰਸ, ਕੁਦਰਤ ਬਾਰੇ ਕਿਤਾਬ, ਹੈ ਨਾ, ਕੁਦਰਤ ਨੂੰ, ਨੇਚਰ ਨੂੰ ਮੁਹੱਬਤ ਕਰਨ ਵਾਲੇ ਕਵੀ ਸੀ ਸਾਡੇ। ਔਰ ਇੱਕ ਕਿਤਾਬ ਉਹਨਾਂ ਦੀ ਸੀ ਗੁਰੂ ਨਾਨਕ ਜੁਰਵਾਬ, ਗੁਰੂ ਨਾਨਕ ਦੇਵ ਜੀ ਬਾਰੇ, ਭਾਈ ਮਰਦਾਨੇ ਬਾਰੇ, ਜਿਹੜੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਰਬਾਬੀ ਸੀਗੇ, ਉਹਨਾਂ ਬਾਰੇ ਇਹ ਕਿਤਾਬ ਸੀਗੀ। ਔਰ ਇੱਕ ਕਿਤਾਬ ਸੀ ਉਹਨਾਂ ਦੀ ਮਾਈ ਬਾਬਾ, ਇਹ ਵੀ ਸਾਡੇ ਸਿੱਖ ਧਰਮ ਦੇ ਗੁਰੂ ਸਾਹਿਬਾਨਾਂ ਬਾਰੇ ਕਿਤਾਬ ਸੀ। ਔਰ ਇੱਕ ਕਿਤਾਬ ਅੰਗਰੇਜ਼ੀ ਦੇ ਵਿੱਚ ਉਹਨਾਂ ਦੀ ਸੀ ਗੁਰੂ ਗੋਬਿੰਦ ਸਿੰਘ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਉਹਨਾਂ ਦੀ ਕਿਤਾਬ ਸੀ ਪ੍ਰੋਫੈਸਰ ਪੂਰਨ ਸਿੰਘ ਹੋਰਾਂ ਦੀ, ਜਿਹੜੀ ਉਹਨਾਂ ਨੇ ਅੰਗਰੇਜ਼ੀ ਦੇ ਵਿੱਚ ਲਿਖੀ। ਔਰ ਇੱਕ ਕਿਤਾਬ ਉਹਨਾਂ ਦੀ ਜਿਹੜੀ ਉਹਨਾਂ ਨੇ ਆਪਣੇ ਲਗਭਗ ਅੰਤਿਮ ਦਿਨਾਂ ਦੇ ਵਿੱਚ ਲਿਖੀ, ਉਹ ਸੀ ਔਨ ਦੀ ਪਾਥਸ ਆਫ ਲਾਈਫ। ਇਹ ਉਹਨਾਂ ਦੀ ਸਵੈ ਜੀਵਨੀ ਸੀ। ਇਹ ਵਾਲੀ ਜਿਹੜੀ ਕਿਤਾਬ ਆ, ਇਹ ਉਹਨਾਂ ਦੀ ਸਵੈ ਜੀਵਨੀ ਸੀ। ਔਨ ਦੀ ਪਾਥਸ ਆਫ ਲਾਈਫ ਆ ਜਿਹੜੀ, ਉਹ ਪ੍ਰੋਫੈਸਰ ਪੂਰਨ ਸਿੰਘ ਹੋਰਾਂ ਦੀ ਸਵੈ ਜੀਵਨੀ ਸੀ। ਇਹ ਵਾਲੀ ਕਿਤਾਬ ਔਨ ਦੀ ਪਾਥਸ ਆਫ ਲਾਈਫ, ਇਸ ਕਿਤਾਬ ਨੂੰ ਬਾਅਦ ਦੇ ਵਿੱਚ ਪੰਜਾਬੀ ਦੇ ਵਿੱਚ ਅਨੁਵਾਦ ਵੀ ਕੀਤਾ ਗਿਆ। ਗੁਰਬਖਸ਼ ਸਿੰਘ ਪ੍ਰੀਤਲੜੀ ਹੋਰਾਂ ਨੇ, ਪੰਜਾਬੀ ਦੇ ਵੱਡੇ ਸਾਹਿਤਕਾਰ ਸੀ ਗੁਰਬਖਸ਼ ਸਿੰਘ ਪ੍ਰੀਤਲੜੀ, ਉਹਨਾਂ ਨੇ ਪੰਜਾਬੀ ਦੇ ਵਿੱਚ ਇਸ ਕਿਤਾਬ ਨੂੰ ਅਨੁਵਾਦ ਕੀਤਾ। ਔਰ ਇਸ ਕਿਤਾਬ ਦਾ ਨਾਮ ਪੰਜਾਬੀ ਦੇ ਵਿੱਚ ਉਹਨਾਂ ਨੇ ਰੱਖਿਆ ਸੀ ਜ਼ਿੰਦਗੀ ਦੇ ਰਾਹਾਂ 'ਤੇ। ਇਹ ਪ੍ਰੋਫੈਸਰ ਪੂਰਨ ਸਿੰਘ ਹੋਰਾਂ ਦੀ ਸਵੈ ਜੀਵਨੀ ਸੀ। ਇਸ ਤੋਂ ਇਲਾਵਾ ਪ੍ਰੋਫੈਸਰ ਪੂਰਨ ਸਿੰਘ ਹੋਰਾਂ ਨੇ ਪੰਜਾਬੀ ਦੇ ਵਿੱਚ 3 ਕਿਤਾਬਾਂ ਜਿਹੜੀਆਂ ਉਹ ਕਵਿਤਾ ਦੀਆਂ ਲਿਖੀਆਂ। ਪਹਿਲੀ ਕਿਤਾਬ ਸੀ ਖੁੱਲ੍ਹੇ ਮੈਦਾਨ, ਦੂਸਰੀ ਕਿਤਾਬ ਸੀ ਖੁੱਲ੍ਹੇ ਘੁੰਡ, ਅਤੇ ਤੀਸਰੀ ਕਿਤਾਬ ਸੀ ਖੁੱਲ੍ਹੇ ਅਸਮਾਨੀ ਰੰਗ। ਹੁਣ ਇਹ ਤਿੰਨਾਂ ਕਿਤਾਬਾਂ ਦੇ ਵਿੱਚ ਪਿਆਰੇ ਬੱਚੇ ਇੱਕ ਬੜੀ ਕਮਾਲ ਦੀ ਗੱਲ ਹੈ ਕਿ ਹਰੇਕ ਕਿਤਾਬ ਦੇ ਮੂਹਰੇ ਖੁੱਲ੍ਹੇ ਮੈਦਾਨ, ਖੁੱਲ੍ਹੇ ਘੁੰਡ, ਖੁੱਲ੍ਹੇ ਅਸਮਾਨੀ ਰੰਗ। ਤਾਂ ਖੁੱਲ੍ਹ ਜਿਹੜੀ ਹੈਗੀ ਆ ਪ੍ਰੋਫੈਸਰ ਪੂਰਨ ਸਿੰਘ ਦੇ ਜੀਵਨ ਦੇ ਵਿੱਚ ਬੜੀ ਡੂੰਘੀ ਤਰ੍ਹਾਂ ਰਚੀ ਹੋਈ ਸੀਗੀ। ਔਰ ਉਹ ਖੁੱਲ੍ਹੇ ਡੁੱਲੇ ਅਤੇ ਬੇਪਰਵਾਹ ਸੁਭਾਅ ਦੇ ਖੁਦ ਵੀ ਮਾਲਕ ਸੀਗੇ। ਔਰ ਉਹਨਾਂ ਦੀ ਕਵਿਤਾ ਦੇ ਵਿੱਚ ਵੀ ਇਹ ਗੱਲ ਵਾਰ-ਵਾਰ ਝਲਕਦੀ ਹੈ। ਔਰ ਇਹ 3 ਕਾਵਿ ਸੰਗ੍ਰਹਿ ਉਹਨਾਂ ਨੇ ਪੰਜਾਬੀ ਸਾਹਿਤ ਦੀ ਝੋਲੀ ਪਾਏ, ਖੁੱਲ੍ਹੇ ਮੈਦਾਨ, ਖੁੱਲ੍ਹੇ ਘੁੰਡ, ਖੁੱਲ੍ਹੇ ਅਸਮਾਨੀ ਰੰਗ। ਔਰ ਇੱਕ ਉਹਨਾਂ ਦੀ ਨਿਬੰਧਾਂ ਦੀ ਕਿਤਾਬ ਸੀ ਨਿਬੰਧ ਸੰਗ੍ਰਹਿ ਖੁੱਲ੍ਹੇ ਲੇਖ। ਦੇਖੋ ਇਹਦੇ ਵਿੱਚ ਵੀ ਖੁੱਲ੍ਹੇ,
ਖੁੱਲ੍ਹੇ ਲੇਖ ਉਹਨਾਂ ਦਾ ਨਿਬੰਧ ਸੰਗ੍ਰਹਿ ਜਿਹੜਾ ਉਹਨਾਂ ਨੇ ਪੰਜਾਬੀ ਸਾਹਿਤ ਦੀ ਝੋਲੀ ਦੇ ਵਿੱਚ ਪਾਇਆ। ਸੋ ਇਸ ਤੋਂ ਇਲਾਵਾ ਪ੍ਰੋਫੈਸਰ ਪੂਰਨ ਸਿੰਘ ਨੇ ਕੁਝ ਅਨੁਵਾਦ ਵੀ ਕੀਤਾ ਸੀ ਉਹਨਾਂ ਨੇ, ਜਿਹਦੇ ਵਿੱਚ ਇੱਕ ਵੱਡੀ ਕਿਤਾਬ ਸੀ ਮੋਇਆਂ ਦੀ ਜਾਗ, ਜਿਹਦਾ ਉਹਨਾਂ ਨੇ ਪੰਜਾਬੀ ਦੇ ਵਿੱਚ ਅਨੁਵਾਦ ਕੀਤਾ। ਔਰ ਇਹ ਉਹਨਾਂ ਦੀਆਂ ਇੰਨੀਆਂ ਵੱਡੀਆਂ ਪੱਧਰ 'ਤੇ ਅੰਗਰੇਜ਼ੀ ਦੇ ਵਿੱਚ, ਪੰਜਾਬੀ ਦੇ ਵਿੱਚ, ਔਰ ਇੱਕ ਵੱਡਾ ਅਨੁਵਾਦਕਾਰ ਸੀ। ਇਸ ਤੋਂ ਇਲਾਵਾ ਕੁਝ ਕਵਿਤਾਵਾਂ, ਕੁਝ ਕਿਤਾਬਾਂ ਪ੍ਰੋਫੈਸਰ ਪੂਰਨ ਸਿੰਘ ਹੋਰਾਂ ਨੇ ਹਿੰਦੀ ਦੇ ਵਿੱਚ ਵੀ ਲਿਖੀਆਂ ਸੀ। ਕਮਾਲ ਦੀ ਗੱਲ ਹੈ ਕਿ ਸਾਡਾ ਇਹ ਵੱਡਾ ਕਵੀ, ਸਾਡਾ ਮਾਣਮੱਤਾ ਕਵੀ ਘੱਟੋ ਘੱਟ 3 ਭਾਸ਼ਾਵਾਂ ਦਾ ਬਹੁਤ ਵੱਡਾ ਗਿਆਤਾ ਸੀ। 3 ਭਾਸ਼ਾਵਾਂ ਜਾਣਦੇ ਸਨ ਪ੍ਰੋਫੈਸਰ ਪੂਰਨ ਸਿੰਘ। ਹਿੰਦੀ ਵੀ ਜਾਣਦੇ ਸੀ, ਅੰਗਰੇਜ਼ੀ ਵੀ ਬਹੁਤ ਚੰਗੀ ਤਰ੍ਹਾਂ ਜਾਣਦੇ ਸੀ, ਔਰ ਪੰਜਾਬੀ ਤਾਂ ਜਾਣਦੇ ਹੀ ਜਾਣਦੇ ਸੀ। ਅਗਲੀ ਗੱਲ ਕਿ ਪ੍ਰੋਫੈਸਰ ਪੂਰਨ ਸਿੰਘ ਹੋਰਾਂ ਦੀ ਪੰਜਾਬੀ ਕਵਿਤਾ ਨੂੰ ਦੇਣ ਕੀ ਰਹੀ ਹੈ, ਜੇ ਮੈਂ ਆਪਣੇ ਹਿਸਾਬ ਨਾਲ ਸੋਚਦਾ ਤਾਂ ਸਭ ਤੋਂ ਵੱਡੀ ਦੇਣ ਪੰਜਾਬੀ ਦੇ ਵਿੱਚ ਪ੍ਰੋਫੈਸਰ ਪੂਰਨ ਸਿੰਘ ਹੋਰਾਂ ਦੀ ਛੰਦ ਮੁਕਤ ਕਵਿਤਾ ਹੈ। ਪ੍ਰੋਫੈਸਰ ਪੂਰਨ ਸਿੰਘ ਹੋਰਾਂ ਨੇ ਪੰਜਾਬੀ ਦੇ ਵਿੱਚ ਛੰਦ ਮੁਕਤ ਕਵਿਤਾ ਲਿਖਣ ਦੀ ਪਿਰਤ ਪਾਈ। ਪ੍ਰੋਫੈਸਰ ਪੂਰਨ ਸਿੰਘ ਤੋਂ ਪਹਿਲਾਂ ਪੰਜਾਬੀ ਦੇ ਵਿੱਚ ਛੰਦਬੱਧ ਕਵਿਤਾ ਲਿਖੀ ਜਾਂਦੀ ਸੀਗੀ, ਜਿਹਦੀ ਤੁਕਬੰਦੀ ਹੁੰਦੀ ਸੀ, ਤੁਕਾਂਤ ਹੁੰਦਾ ਸੀ। ਲੇਕਿਨ ਪ੍ਰੋਫੈਸਰ ਪੂਰਨ ਸਿੰਘ ਪੰਜਾਬੀ ਦੇ ਪਹਿਲੇ ਐਸੇ ਕਵੀ ਆ ਜਿਨ੍ਹਾਂ ਨੇ ਪੰਜਾਬੀ ਦੇ ਵਿੱਚ ਖੁੱਲ੍ਹੀ ਕਵਿਤਾ ਲਿਖਣ ਦੀ ਪਿਰਤ ਪਾਈ, ਜਿਸ ਨੂੰ ਉਹਨਾਂ ਨੇ ਛੰਦ ਮੁਕਤ ਕਵਿਤਾ ਕਿਹਾ। ਔਰ ਦੂਸਰੀ ਵੱਡੀ ਦੇਣ ਪ੍ਰੋਫੈਸਰ ਪੂਰਨ ਸਿੰਘ ਦੀ ਪੰਜਾਬੀ ਸੱਭਿਆਚਾਰ ਦੀ ਪੇਸ਼ਕਾਰੀ ਹੈ। ਪ੍ਰੋਫੈਸਰ ਪੂਰਨ ਸਿੰਘ ਹੋਰਾਂ ਦੀਆਂ ਕਵਿਤਾਵਾਂ ਦੇ ਵਿੱਚ ਪੰਜਾਬ ਦੇ ਮਜ਼ਦੂਰਾਂ ਦੀ ਗੱਲ ਆ, ਪੰਜਾਬ ਦੇ ਸੱਭਿਆਚਾਰ ਦੀ ਗੱਲ ਹੈ, ਪੰਜਾਬ ਦੇ ਖੇਤਾਂ ਦੀ ਗੱਲ ਹੈ, ਪੰਜਾਬ ਦੀ ਮਿੱਟੀ ਦੀ ਗੱਲ ਹੈ, ਪੰਜਾਬ ਦੇ ਰੁੱਖਾਂ ਬੂਟਿਆਂ ਪਿੱਪਲਾਂ ਦੀ ਗੱਲ ਹੈ, ਪੰਜਾਬ ਦੇ ਉਸ ਸਾਂਝੇ ਭਾਈਚਾਰੇ ਦੀ ਗੱਲ ਹੈ, ਪੰਜਾਬ ਦੇ ਸਰਬ ਸਾਂਝੇ ਮੇਲ ਮਿਲਾਪ, ਤਿਉਹਾਰ, ਰੀਤੀ ਰਿਵਾਜ, ਰਸਮ ਰਿਵਾਜਾਂ ਦੀ ਗੱਲ ਹੈ, ਪੰਜਾਬ ਦੀਆਂ ਖੂਬਸੂਰਤ ਖੇਡਾਂ, ਪੰਜਾਬ ਦੇ ਖੂਬਸੂਰਤ ਲੋਕ ਨਾਚਾਂ ਦੀ ਗੱਲ ਪ੍ਰੋਫੈਸਰ ਪੂਰਨ ਸਿੰਘ ਦੀਆਂ ਕਵਿਤਾਵਾਂ ਦੇ ਵਿੱਚ ਵਾਰ-ਵਾਰ ਆਉਂਦੀ ਹੈ। ਤਾਂ ਕੁੱਲ ਮਿਲਾ ਕੇ ਪ੍ਰੋਫੈਸਰ ਪੂਰਨ ਸਿੰਘ ਪੰਜਾਬੀ ਸੱਭਿਆਚਾਰ ਦੀ ਪੇਸ਼ਕਾਰੀ ਕਰਨ ਵਾਲੇ ਸਮਰੱਥ ਕਵੀ ਵਜੋਂ ਜਾਣੇ ਜਾਂਦੇ ਆ। ਤਾਂ ਇਹ ਇੱਕ ਵੱਡੀ ਦੇਣ ਸੀ। ਸੋ 31 ਮਾਰਚ 1931 ਈਸਵੀ ਨੂੰ ਸਾਡੇ ਇਸ ਮਾਣਮੱਤੇ ਕਵੀ ਦਾ ਦੇਹਾਂਤ ਹੋ ਜਾਂਦਾ। ਤਾਂ ਜੇ ਅਸੀਂ ਉਮਰ ਵਰ੍ਹਿਆਂ ਦੇ ਵਿੱਚ ਮਾਪਣੀ ਹੋਵੇ ਤਾਂ ਲਗਭਗ ਮਸਾਂ 50 ਕੁ ਵਰ੍ਹੇ ਜਿਹੜਾ ਹੈਗਾ ਪ੍ਰੋਫੈਸਰ ਪੂਰਨ ਸਿੰਘ ਦੀ ਆਯੂ ਸੀ, ਉਮਰ ਸੀ। ਔਰ ਇਹਨਾਂ 50 ਵਰ੍ਹਿਆਂ ਦੇ ਵਿੱਚ ਪੰਜਾਬੀ ਸਾਹਿਤ ਨੂੰ ਉਹ ਬਹੁਤ ਵੱਡੀ ਦੇਣ ਦੇ ਕੇ ਗਏ ਆ। ਤਾਂ ਅੱਜ ਅਸੀਂ ਸਾਡੇ ਪਾਠਕ੍ਰਮ ਦੇ ਵਿੱਚ ਸ਼ਾਮਲ ਪ੍ਰੋਫੈਸਰ ਪੂਰਨ ਸਿੰਘ ਹੋਰਾਂ ਦੀਆਂ 2 ਕਵਿਤਾਵਾਂ ਪੜ੍ਹਾਂਗੇ। ਪਹਿਲੀ ਕਵਿਤਾ ਹੈ ਪੰਜਾਬ ਦੇ ਮਜ਼ਦੂਰ। ਪੰਜਾਬ ਦੇ ਮਜ਼ਦੂਰ ਦੇ ਵਿੱਚ ਪ੍ਰੋਫੈਸਰ ਪੂਰਨ ਸਿੰਘ ਪੰਜਾਬ ਦੇ ਕਾਮਿਆਂ ਬਾਰੇ, ਪੰਜਾਬ ਦੇ ਕਿਰਤੀਆਂ ਬਾਰੇ, ਪੰਜਾਬ ਦੇ ਮਜ਼ਦੂਰਾਂ ਬਾਰੇ ਗੱਲ ਕਰਦੇ ਨੇ। ਤਾਂ ਪਿਆਰੇ ਬੱਚਿਓ, ਪਹਿਲਾਂ ਆਪਾਂ ਇਸ ਕਵਿਤਾ ਨੂੰ ਪੜ੍ਹਦੇ ਹਾਂ, ਉਹਦਾ ਪਾਠ ਕਰਦੇ ਹਾਂ, ਉਸ ਤੋਂ ਬਾਅਦ ਉਸ ਕਵਿਤਾ ਨੂੰ ਆਪਾਂ ਸਮਝਾਂਗੇ, ਉਹਦੀ ਵਿਆਖਿਆ ਕਰਾਂਗੇ। ਓਏ ਮਜ਼ਦੂਰ ਚੰਗੇ ਲੱਗਦੇ, ਨਿੱਕੇ ਨਿੱਕੇ ਖਿਆਲ ਇਹਨਾਂ ਦੇ, ਉਹਨਾਂ ਵਿੱਚ ਢਲੀਆਂ ਇਹਨਾਂ ਦੀਆਂ ਜ਼ਿੰਦਗੀਆਂ, ਸਾਦੇ ਸਾਦੇ ਚਿਹਰੇ ਬੇਨਕਾਬ ਜਿਹੇ, ਨਾ ਛੁਪਦੇ ਨਾ ਛੁਪਾਉਂਦੇ ਕੁਝ ਆਪਣਾ, ਨੰਗੇ ਨੰਗੇ ਦਿਲ ਇਹਨਾਂ ਦੇ, ਭੋਲੇ ਭਾਲੇ ਲੋਕ ਅਤੇ ਆਲੀਆਂ ਭੋਲੀਆਂ ਗੱਲਾਂ, ਇਹਨਾਂ ਦੀ ਗਰੀਬੀ ਨਿੱਕੀ, ਇਹਨਾਂ ਦਾ ਸੰਤੋਖ ਵੱਡਾ, ਇਹ ਠੰਡੇ ਪਾਣੀ ਵਾਂਗ ਮੇਰੇ ਜੀਅ ਨੂੰ ਠਾਰਦੇ। ਇੰਨੀ ਕੁ ਕਵਿਤਾ ਹੈ ਇਹ ਪ੍ਰੋਫੈਸਰ ਪੂਰਨ ਸਿੰਘ ਹੋਰਾਂ ਦੀ। ਇਹ ਕਵਿਤਾ ਬੜੀ ਸਾਦੀ ਅਤੇ ਸਰਲ ਭਾਸ਼ਾ ਦੇ ਵਿੱਚ ਲਿਖੀ ਗਈ ਆ, ਪਰ ਫਿਰ ਵੀ ਇਸ ਕਵਿਤਾ ਦੇ ਵਿੱਚ ਮੈਨੂੰ ਸਿਰਫ 2 ਹੀ ਸ਼ਬਦ ਐਸੇ ਲੱਗੇ ਜਿਹੜੇ ਵਿਦਿਆਰਥੀਆਂ ਲਈ ਸਮਝਣੇ ਜ਼ਰੂਰੀ ਆ। ਪਹਿਲਾ ਸ਼ਬਦ ਹੈ ਮਜ਼ਦੂਰ। ਮਜ਼ਦੂਰ ਪ੍ਰੋਫੈਸਰ ਪੂਰਨ ਸਿੰਘ ਹੋਰੀ ਪੰਜਾਬ ਦੇ
ਮਜ਼ਦੂਰਾਂ ਲਈ ਇਹ ਸ਼ਬਦ ਵਰਤਦੇ ਨੇ। ਔਰ ਮਜ਼ਦੂਰ ਪੰਜਾਬ ਦੇ ਉਹਨਾਂ ਲੋਕਾਂ ਨੂੰ ਕਹਿੰਦੇ ਨੇ ਜਿਹੜੇ ਲੋਕ ਕਿਰਤ ਕਰਦੇ ਨੇ, ਕੰਮ ਕਰਦੇ ਨੇ। ਔਰ ਕਿਰਤ ਦੀ ਵਡਿਆਈ ਪ੍ਰੋਫੈਸਰ ਪੂਰਨ ਸਿੰਘ ਇਸ ਕਵਿਤਾ ਦੇ ਵਿੱਚ ਕਰਦੇ ਆ। ਦੂਸਰਾ ਸ਼ਬਦ ਇਸ ਕਵਿਤਾ ਦੇ ਵਿੱਚ ਆਉਂਦਾ ਬੇਨਕਾਬ। ਨਕਾਬ ਅਸਲ ਵਿੱਚ ਨਕਾਬ ਦਾ ਅਰਥ ਹੈ ਬੱਚਿਓ ਚਿਹਰੇ 'ਤੇ ਚੜਾਉਣ ਵਾਲਾ ਕੋਈ ਮਾਸਕ ਜਿਹਦੇ ਨਾਲ ਚਿਹਰਾ ਲਕੋਇਆ ਜਾ ਸਕਦਾ। ਅਤੇ ਬੇਨਕਾਬ ਜਿਹੜਾ ਕਿਸੇ ਵੀ ਕਿਸਮ ਦੇ ਨਕਾਬ ਤੋਂ ਬਿਨਾਂ ਹੋਵੇ, ਹੈ ਨਾ, ਜਿਹਦੇ 'ਤੇ ਕੋਈ ਨਕਾਬ ਨਹੀਂ ਚੜ੍ਹਿਆ ਹੋਇਆ, ਜੋ ਜਿਵੇਂ ਦਿਸ ਰਿਹਾ ਉਸੇ ਹੀ ਤਰ੍ਹਾਂ ਦਾ ਹੈ। ਇਹ ਗੱਲਾਂ ਕਿਉਂ ਕਰਦੇ ਨੇ, ਹੈ ਨਾ, ਉਹ ਆਪਾਂ ਕਵਿਤਾ ਦੇ ਵਿੱਚ ਦੁਬਾਰਾ ਦੇਖਦੇ ਹਾਂ। ਤਾਂ ਸਾਡੇ ਕੋਲ ਪ੍ਰੋਫੈਸਰ ਪੂਰਨ ਸਿੰਘ ਹੋਰਾਂ ਦੀ ਕਵਿਤਾ ਜਿਹੜੀ ਹੈਗੀ ਆ ਪੰਜਾਬ ਦੇ ਮਜ਼ਦੂਰ, ਆਪਾਂ ਉਹ ਦੁਬਾਰੇ ਪੜ੍ਹਦੇ ਹਾਂ ਇੱਕ ਵਾਰ, ਉਹਦੀ ਨਾਲ ਨਾਲ ਵਿਆਖਿਆ ਕਰਦੇ ਹਾਂ। ਓਏ ਮਜ਼ਦੂਰ ਚੰਗੇ ਲੱਗਦੇ, ਬੜੀ ਖੁਸ਼ੀ ਦੇ ਵਿੱਚ ਉਛਲ ਕੇ ਪ੍ਰੋਫੈਸਰ ਪੂਰਨ ਸਿੰਘ ਹੋਰੀ ਇਹ ਗੱਲ ਕਹਿੰਦੇ ਕਿ ਓਏ ਮੈਨੂੰ ਪੰਜਾਬ ਦੇ ਕੰਮ ਕਰਨ ਵਾਲੇ ਲੋਕ ਚੰਗੇ ਲੱਗਦੇ ਆ। ਕਾਮੇ ਲੋਕ ਜਿਹੜੇ ਮਿਹਨਤ ਮਜ਼ਦੂਰੀ ਕਰਦੇ ਆ, ਜਿਹੜੇ ਕਿਰਤ ਕਰਕੇ ਆਪਣਾ ਘਰ-ਬਾਰ ਤੋਰਦੇ ਆ, ਆਪਦਾ ਢਿੱਡ ਭਰਦੇ ਆ, ਉਹ ਲੋਕ ਮੈਨੂੰ ਚੰਗੇ ਲੱਗਦੇ ਆ। ਕਿ ਨਿੱਕੇ ਨਿੱਕੇ ਖਿਆਲ ਇਹਨਾਂ ਦੇ ਖਿਆਲ ਭਾਵੇਂ ਨਿੱਕੇ ਨਿੱਕੇ ਆ, ਛੋਟੇ ਛੋਟੇ ਆ, ਅਤੇ ਉਹਨਾਂ 'ਚ ਇਹਨਾਂ ਦੀਆਂ ਜ਼ਿੰਦਗੀਆਂ ਢਲੀਆਂ ਹੋਈਆਂ। ਦੇਖੋ, ਇੱਕ ਕਿਰਤ ਕਰਨ ਵਾਲਾ ਬੰਦਾ, ਇੱਕ ਮਜ਼ਦੂਰ ਬੰਦਾ ਜਿਹੜਾ ਹਰ ਰੋਜ਼ ਦਿਨ ਰਾਤ ਕਿਰਤ ਕਰਦਾ, ਮਿਹਨਤ ਕਰਕੇ ਆਪਣਾ ਪਰਿਵਾਰ ਪਾਲਦਾ, ਉਹਦੀਆਂ ਬਾਹਲੀਆਂ ਵੱਡੀਆਂ ਇੱਛਾਵਾਂ ਵੀ ਨਹੀਂ ਹੁੰਦੀਆਂ ਹੈਗੀਆਂ। ਔਰ ਉਹਦਾ ਜੀਵਨ ਜਿਹੜਾ, ਜਿਹਨੂੰ ਅਸੀਂ ਕਹਿੰਦੇ ਹਾਂ ਵੀ ਸਿੰਪਲ ਲਿਵਿੰਗ ਹੁੰਦਾ, ਬਿਲਕੁਲ ਸਧਾਰਨ ਜੀਵਨ ਹੁੰਦਾ, ਜਿਹੜਾ ਕੁਦਰਤ ਦੇ, ਨੇਚਰ ਦੇ, ਰੱਬ ਦੇ ਨੇੜੇ ਦਾ ਜੀਵਨ ਹੁੰਦਾ। ਉਹ ਫਿਰ ਕਹਿੰਦੇ ਕਿ ਸਾਦੇ ਸਾਦੇ ਚਿਹਰੇ ਬੇਨਕਾਬ ਜਿਹੇ, ਕਿ ਇਹ ਕਿਰਤੀ ਲੋਕ ਹੀ ਆ ਜਿਹੜੇ ਬੇਨਕਾਬ ਹੁੰਦੇ, ਜਿਨ੍ਹਾਂ ਦੇ ਚਿਹਰੇ 'ਤੇ ਕੋਈ ਨਕਾਬ ਨਹੀਂ ਹੁੰਦਾ। ਨਹੀਂ ਤਾਂ ਜਿਹੜੇ ਸਾਡੇ ਕੋਲ ਬਹੁਤ ਸਾਰੇ ਲੋਕ ਬੱਚੇ ਇੱਦਾਂ ਦੇ ਆ ਜਿਨ੍ਹਾਂ ਦੇ ਚਿਹਰਿਆਂ 'ਤੇ ਨਕਾਬ ਚੜ੍ਹੇ ਹੋਏ ਆ। ਨਕਾਬ ਚੜ੍ਹੇ ਹੋਏ ਦਾ ਮਤਲਬ ਕੀ ਆ ਕਿ ਵੀ ਬੰਦਾ ਦੇਖਣ ਨੂੰ ਕੁਝ ਹੋਰ ਲੱਗਦਾ, ਪਰ ਅਸਲ ਦੇ ਵਿੱਚ ਨਿਕਲਦਾ ਕੁਝ ਹੋਰ ਆ। ਕਹਿਣ ਨੂੰ ਤਾਂ ਕੋਈ ਬੰਦਾ ਬੜਾ ਸਿਆਣਾ ਲੱਗਦਾ, ਸੂਝਵਾਨ ਲੱਗਦਾ, ਪਰ ਜਦੋਂ ਉਹਦੀ ਅਸਲੀਅਤ ਦੇਖੀ ਦੀ ਅਤੇ ਉਹ ਵਿੱਚੋਂ ਬੜਾ ਖੋਟਾ ਹੁੰਦਾ ਅਤੇ ਬੇਈਮਾਨ ਹੁੰਦਾ। ਇਸੇ ਕਰਕੇ ਅਸੀਂ ਜ਼ਿੰਦਗੀ 'ਚ ਬਹੁਤ ਸਾਰੇ ਧੋਖੇ ਵੀ ਖਾ ਲੈਂਦੇ ਹਾਂ ਕਿ ਸਾਨੂੰ ਬੰਦਿਆਂ ਦੀ ਸਮਝ ਨਹੀਂ ਲੱਗਦੀ, ਕਿਉਂਕਿ ਚਿਹਰੇ ਤੋਂ ਬੰਦਾ ਕੁਝ ਹੋਰ ਲੱਗਦਾ ਹੁੰਦਾ ਅਤੇ ਅੰਦਰੋਂ ਕੁਝ ਹੋਰ ਹੁੰਦਾ। ਪਰ ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਨੇ ਕਿ ਜਿਹੜੇ ਇਹ ਕਿਰਤ ਕਰਨ ਵਾਲੇ ਲੋਕ ਨੇ, ਮਜ਼ਦੂਰ ਲੋਕ ਨੇ, ਉਹ ਬੇਨਕਾਬ ਆ। ਉਹਨਾਂ ਕੋਲ ਇੱਦਾਂ ਦੀਆਂ ਘੁੰਡੀਆਂ, ਬੇਈਮਾਨੀਆਂ, ਹੈ ਨਾ, ਇਸ ਤਰ੍ਹਾਂ ਦਾ ਬਨਾਵਟੀਪਨ, ਕਮੀਨਗੀ ਉਹਨਾਂ ਲੋਕਾਂ ਦੇ ਵਿੱਚ ਬਿਲਕੁਲ ਵੀ ਨਹੀਂ। ਇਹ ਨਾ ਤਾਂ ਛੁਪਦੇ ਆ ਅਤੇ ਨਾ ਹੀ ਆਪਣਾ ਕੁਝ ਛੁਪਾਉਂਦੇ ਆ ਕਿਸੇ ਤੋਂ। ਇਹ ਬਿਲਕੁਲ ਬੇਨਕਾਬ ਜਿਹੇ ਲੋਕ ਨੇ, ਪੰਜਾਬ ਦੇ ਕਿਰਤੀ, ਪੰਜਾਬ ਦੇ ਕਾਮੇ, ਅਤੇ ਇਹਨਾਂ ਦੇ ਵਿੱਚ ਹੀ ਇਹਨਾਂ ਦੀਆਂ ਜ਼ਿੰਦਗੀਆਂ ਢਲੀਆਂ ਹੋਈਆਂ। ਦੂਜਾ ਸਟੈਂਜਾ ਸੀ ਇਸ ਕਵਿਤਾ ਦਾ ਕਿ ਨੰਗੇ ਨੰਗੇ ਦਿਲ ਇਹਨਾਂ ਦੇ, ਦਿਲ ਵੀ ਇਹਨਾਂ ਦੇ ਬਿਲਕੁਲ ਨੰਗੇ ਅਤੇ ਸਾਫ਼ ਆ। ਦਿਲ 'ਚ ਵੀ ਕੋਈ ਕਿਸੇ ਕਿਸਮ ਦੀ ਮੈਲ ਨਹੀਂ ਗੀ, ਅਤੇ ਭੋਲੇ ਭਾਲੇ ਵੀ ਆ, ਅਤੇ ਇਹਨਾਂ ਦੀਆਂ ਗੱਲਾਂ ਵੀ ਭੋਲੀਆਂ ਭਾਲੀਆਂ। ਬਿਲਕੁਲ ਭੋਲੇ ਜਿਹੇ ਲੋਕ ਆ ਇਹ ਕੰਮ ਕਰਨ ਵਾਲੇ ਕਿਰਤੀ ਲੋਕ, ਅਤੇ ਇਹਨਾਂ ਦੀਆਂ ਗੱਲਾਂ ਵੀ ਭੋਲੀਆਂ ਭਾਲੀਆਂ। ਇਹਨਾਂ ਦੀ ਗਰੀਬੀ ਨਿੱਕੀ, ਇਹਨਾਂ ਦਾ ਸੰਤੋਖ ਵੱਡਾ। ਬੜੀ ਕਮਾਲ ਦੀ ਗੱਲ ਹੈ ਇਹ ਕਿ ਗਰੀਬੀ ਇਹਨਾਂ ਦੀ ਛੋਟੀ ਹੋ ਸਕਦੀ ਹੈ, ਇਹ ਗਰੀਬ ਹੋ ਸਕਦੇ ਆ, ਆਰਥਿਕ ਪੱਖੋਂ ਛੋਟੇ ਹੋ ਸਕਦੇ ਆ, ਪਰ ਇਹਨਾਂ ਦਾ ਸਬਰ ਅਤੇ ਸੰਤੋਖ ਬਹੁਤ ਵੱਡਾ, ਸੰਤੋਖ ਬਹੁਤ ਵੱਡਾ। ਦੇਖੋ, ਸਾਡੇ ਕੋਲ ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਬਹੁਤ ਸਾਰੀਆਂ ਜ਼ਮੀਨਾਂ ਦੇ ਮਾਲਕ ਨੇ, ਵੱਡੀਆਂ ਵੱਡੀਆਂ ਕਾਰਾਂ ਦੇ ਮਾਲਕ ਨੇ, ਵੱਡੀਆਂ ਵੱਡੀਆਂ ਕੋਠੀਆਂ ਦੇ ਮਾਲਕ ਨੇ, ਪਰ ਫਿਰ ਵੀ ਉਹਨਾਂ ਦੇ ਵਿੱਚ ਸਬਰ ਸੰਤੋਖ ਹੈ ਨਹੀਂ ਗਾ। ਉਹ ਚਾਹੁੰਦੇ ਆ ਕਿ ਸਾਡੇ ਕੋਲ ਹੋਰ ਵੀ ਹੋਵੇ ਕੁਛ, ਸਾਡੇ ਕੋਲ ਹੋਰ ਵੀ ਹੋਵੇ ਕੁਛ, ਸਾਡੇ ਕੋਲ ਹੋਰ ਵੀ ਹੋਵੇ। ਪਰ ਪ੍ਰੋਫੈਸਰ ਪੂਰਨ ਸਿੰਘ ਹੋਰੀ ਕਹਿੰਦੇ ਕਿ ਇਹ ਕਿਰਤੀ ਲੋਕ ਆ, ਜਿਹੜੇ ਕੰਮ ਕਰਨ ਵਾਲੇ ਲੋਕ ਆ, ਜਿਹੜੇ ਇਹ ਗਰੀਬ ਤਾਂ ਹੋ ਸਕਦੇ ਆ, ਪਰ ਇਹਨਾਂ 'ਚ ਸਬਰ ਸੰਤੋਖ ਬਹੁਤ ਵੱਡਾ ਹੁੰਦਾ ਕਿ ਸ਼ਾਮ ਨੂੰ ਜੋ ਇਹਨਾਂ ਨੂੰ ਦਿਹਾੜੀ ਦੇ ਵਿੱਚੋਂ ਮਿਲਦਾ,
ਜਾਂ ਜੋ ਇਹਨਾਂ ਨੂੰ ਦੇ ਦਿੱਤਾ ਜਾਂਦਾ ਉਹਨੂੰ ਸੱਤ ਬਚਨ ਕਹਿ ਕੇ ਸਵੀਕਾਰ ਕਰ ਲੈਂਦੇ ਆ ਅਤੇ ਉਸੇ ਨਾਲ ਹੀ ਆਪਣੀ ਜ਼ਿੰਦਗੀ ਜਿਉਈ ਜਾਂਦੇ ਆ। ਤੋਂ ਵੱਡੇ ਸੰਤੋਖੀ ਲੋਕ ਹੁੰਦੇ ਆ ਇਹ ਕਹਿੰਦਾ ਠੰਡੇ ਪਾਣੀ ਵਾਂਗ ਮੇਰੇ ਜੀ ਨੂੰ ਠਾਰ ਦੇ। ਠੰਡੇ ਪਾਣੀ ਵਾਂਗ ਮੇਰੇ ਸੀਨੇ 'ਚ ਇਹ ਠੰਡ ਪਾਉਂਦੇ ਆ। ਤੋ ਇਹ ਪੂਰੀ ਕਵਿਤਾ ਦੇ ਵਿੱਚ ਪ੍ਰੋਫੈਸਰ ਪੂਰਨ ਸਿੰਘ ਅਸਲ ਵਿੱਚ ਕਿਰਤ ਦੀ ਵਡਿਆਈ ਕਰਦੇ ਆ ਅਤੇ ਕਿਰਤ ਕਰਨ ਵਾਲੇ ਲੋਕਾਂ ਦਾ ਸਤਿਕਾਰ ਕਰਦੇ ਆ, ਉਹਨਾਂ ਨੂੰ ਵਡਿਆਉਂਦੇ ਆ ਕਿ ਕਿਰਤ ਕਰਨ ਵਾਲੇ ਲੋਕ ਆ ਜਿਹੜੇ, ਕੰਮ ਕਰਨ ਵਾਲੇ ਲੋਕ ਆ ਜਿਹੜੇ, ਉਹ ਨਿਕੰਮੇ ਲੋਕਾਂ ਦੇ ਮੁਕਾਬਲੇ ਬਹੁਤ ਵਧੀਆ ਲੋਕ ਹੁੰਦੇ ਆ, ਬੜੇ ਸਿਆਣੇ ਲੋਕ ਹੁੰਦੇ ਆ, ਬੜੇ ਭੋਲੇ ਲੋਕ ਹੁੰਦੇ ਆ। ਉਹਨਾਂ ਦੇ ਅੰਦਰ ਕਿਸੇ ਕਿਸਮ ਦਾ ਕੋਈ ਮੈਲ ਨਹੀਂ ਹੁੰਦੀ, ਉਹਨਾਂ ਦੇ ਅੰਦਰ ਕਿਸੇ ਕਿਸਮ ਦਾ ਕੋਈ ਕਮੀਨਾਪਣ ਨਹੀਂ ਹੁੰਦਾ, ਕੋਈ ਬੇਈਮਾਨੀ ਨਹੀਂ ਹੁੰਦੀ, ਔਰ ਉਹ ਬੜੇ ਵੱਡੇ ਸਬਰ ਵਾਲੇ ਅਤੇ ਬੜੇ ਵੱਡੇ ਸੰਤੋਖ ਵਾਲੇ ਲੋਕ ਹੁੰਦੇ ਆ। ਅਤੇ ਅਜਿਹੇ ਲੋਕ ਮੈਨੂੰ ਹਮੇਸ਼ਾ ਖੁਸ਼ੀ ਦਿੰਦੇ ਆ। ਅਜਿਹੇ ਲੋਕਾਂ ਨੂੰ ਜਦੋਂ ਮੈਂ ਮਿਲਦਾ ਤਾਂ ਮੇਰੇ ਸੀਨੇ 'ਚ ਠੰਡ ਪੈਂਦੀ ਆ, ਮੇਰਾ ਤਨ ਮਨ ਠਰਦਾ ਹੈ ਅਜਿਹੇ ਲੋਕਾਂ ਨੂੰ ਮਿਲ ਕੇ। ਅਗਲੀ ਕਵਿਤਾ ਹੈ ਸਾਡੇ ਕੋਲ ਪ੍ਰੋਫੈਸਰ ਪੂਰਨ ਸਿੰਘ ਹੋਰਾਂ ਦੀ ਖੂਹ ਉੱਤੇ। ਖੂਹ ਉੱਤੇ ਕੁਝ ਇੱਦਾਂ ਦਾ ਦ੍ਰਿਸ਼ ਨਜ਼ਰ ਆਉਂਦਾ ਬੱਚਿਓ ਕਿ ਕਿਸੇ ਵੇਲੇ ਪੰਜਾਬ ਦੇ ਵਿੱਚ ਪਾਣੀ ਭਰਨ ਲਈ ਸਿਰਫ ਖੂਹ ਹੁੰਦੇ ਸੀ, ਨਾ ਤਾਂ ਉਸ ਵੇਲੇ ਕੋਈ ਨਲਕੇ ਹੁੰਦੇ ਸੀ ਅਤੇ ਨਾ ਹੀ ਉਹਨਾਂ ਵੇਲਿਆਂ 'ਚ ਕਿਸੇ ਵੇਲੇ ਕੋਈ ਟਿਊਬਵੈੱਲ ਵਗੈਰਾ ਦਾ ਪ੍ਰਬੰਧ ਹੁੰਦਾ ਸੀ। ਤਾਂ ਖੂਹ 'ਤੇ ਪੰਜਾਬ ਦੀਆਂ ਸਾਰੀਆਂ ਔਰਤਾਂ, ਕੁੜੀਆਂ, ਛੋਟੀਆਂ ਮੁਟਿਆਰਾਂ ਸਾਰੀਆਂ ਇਕੱਠੀਆਂ ਹੋ ਕੇ ਪਾਣੀ ਭਰਨ ਜਾਂਦੀਆਂ ਸੀ ਅਤੇ ਆਨੀ ਬਹਾਨੀ ਫਿਰ ਉੱਥੇ ਉਹਨਾਂ ਦਾ ਮੇਲ ਮਿਲਾਪ ਵੀ ਹੋ ਜਾਂਦਾ ਸੀ ਅਤੇ ਬਹੁਤ ਸਾਰੀਆਂ ਕੁਝ ਗੱਲਾਂ ਬਾਤਾਂ ਵੀ ਇੱਕ ਦੂਜੇ ਨਾਲ ਹੋ ਜਾਂਦੀਆਂ ਸੀ, ਕਿਉਂਕਿ ਹੋਰ ਕੋਈ ਵੀ ਇਸ ਤਰ੍ਹਾਂ ਦਾ ਮੌਕਾ ਨਹੀਂ ਹੁੰਦਾ ਸੀਗਾ ਪੰਜਾਬ ਦੀਆਂ ਕੁੜੀਆਂ ਵਾਸਤੇ, ਪੰਜਾਬ ਦੀਆਂ ਮੁਟਿਆਰਾਂ ਵਾਸਤੇ, ਪੰਜਾਬ ਦੀਆਂ ਔਰਤਾਂ ਵਾਸਤੇ ਘਰੋਂ ਨਿਕਲਣ ਦਾ। ਸੋ ਖੂਹ ਉੱਤੇ ਉਹਨਾਂ ਦਾ ਇੱਕ ਮੇਲ ਮਿਲਾਪ ਦਾ ਸਾਧਨ ਬਣਦਾ ਸੀ ਕਿ ਕੋਲ ਇਹ ਖੂਹ ਉੱਤੇ ਪਿੱਪਲ ਹੇਠ ਨਿੱਕੀਆਂ ਵੱਡੀ ਘੱਗਰੀਆਂ, ਨਿੱਕੀਆਂ ਨਿੱਕੀਆਂ ਬਾਹਾਂ ਅਤੇ ਵੱਡੀਆਂ ਵੱਡੀਆਂ ਲੱਜਾਂ, ਕੁੜੀਆਂ ਪੰਜਾਬ ਦੀਆਂ ਪਾਣੀ ਪਈਆਂ ਭਰਦੀਆਂ, ਪਾਣੀ ਖੂਹ ਵਿੱਚੋਂ ਕੱਢਦੀਆਂ, ਕੁਝ ਡੋਲਦੀਆਂ, ਕੁਝ ਭਰਦੀਆਂ, ਕੁਝ ਛੱਟੇ ਮਾਰ ਮਾਰ ਭੰਜਾਉਂਦੀਆਂ, ਮੂੰਹ 'ਤੇ ਪਾਉਂਦੀਆਂ, ਡੋਲ ਡੋਲ ਹੱਥਾਂ ਨਾਲ ਪੈਰਾਂ ਨੂੰ ਨਹਾਲਦੀਆਂ। ਆਏ ਗਏ ਕਵੀ ਕਵੀਸ਼ਰ ਨੂੰ ਪਾਣੀ ਬੁੱਕਾਂ ਨਾਲ ਪਿਆਲਦੀਆਂ। ਖੂਹ 'ਤੇ ਵੀ ਇੱਕ ਜੀਵਨ ਰੰਗ ਬਿਰੰਗੀ ਹੈ। ਦੋ ਗੱਲਾਂ ਕਰਨੀਆਂ ਕਰਾਉਣੀਆਂ, ਦੋ ਸੁਣਨੀਆਂ ਸੁਣਾਉਣੀਆਂ, ਉਹ ਇੱਕ ਦੂਜੇ ਦਾ ਹੱਥ ਵਟਾਉਣਾ, ਘੜੇ ਭਰੇ ਭਰੇ ਚੁੱਕਣੇ ਅਤੇ ਰਲ ਮਿਲ ਹੇਕਾਂ ਲਾਉਣੀਆਂ। ਇਹ ਖੂਹ ਉੱਤੇ ਜਿਹੜੀਆਂ ਔਰਤਾਂ ਪਾਣੀ ਭਰਨ ਜਾਂਦੀਆਂ ਨੇ ਉਹਨਾਂ ਦਾ ਇੱਕ ਕਿਸਮ ਦਾ ਜਿਹੜਾ ਹੈ ਉਹ ਦ੍ਰਿਸ਼ ਚਿਤਰਣ ਕੀਤਾ ਹੋਇਆ ਹੈ। ਤਾਂ ਸਭ ਤੋਂ ਪਹਿਲਾਂ ਆਪਾਂ ਨਜ਼ਰ ਮਾਰ ਲੈਂਦੇ ਹਾਂ ਇਸ ਕਵਿਤਾ ਦੇ ਵਿੱਚ ਕੁਝ ਕੁ ਜਿਹੜੇ ਔਖੇ ਸ਼ਬਦ ਆਏ ਆ, ਬਹੁਤੇ ਨਹੀਂ ਗੇ, ਬਿਲਕੁਲ ਸਧਾਰਨ ਭਾਸ਼ਾ, ਪਰ ਫਿਰ ਵੀ ਕੁਝ ਕੁ ਇੱਕ ਦੋ ਔਖੇ ਸ਼ਬਦ ਆਏ ਆ। ਘੱਗਰੀ ਆਈ ਆ। ਘੱਗਰੀ ਪੰਜਾਬੀ ਔਰਤਾਂ ਦਾ ਇੱਕ ਪਹਿਰਾਵਾ। ਇਸ ਤਸਵੀਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਜਿਹੜੀ ਤਸਵੀਰ ਹੈ, ਇਸ ਤਸਵੀਰ ਵਿੱਚ ਜਿਹੜੀ ਪੰਜਾਬ ਦੀ ਸਵਾਣੀ ਆ ਉਹਨੇ ਇਹ ਪਹਿਰਾਵਾ ਪਹਿਨਿਆ ਹੋਇਆ ਘੱਗਰੀ। ਅਤੇ ਪੰਜਾਬ ਦੀਆਂ ਔਰਤਾਂ ਦਾ, ਪੰਜਾਬ ਦੀਆਂ ਸਾਰੀਆਂ ਸਵਾਣੀਆਂ ਦਾ ਕਿਸੇ ਵੇਲੇ ਘੱਗਰਾ ਜਾਂ ਘੱਗਰੀ ਜਿਹੜਾ ਹੈ ਬੜਾ ਮਨਪਸੰਦ ਪਹਿਰਾਵਾ ਰਿਹਾ। ਦੂਸਰਾ ਸ਼ਬਦ ਇਸ ਕਵਿਤਾ ਦੇ ਵਿੱਚ ਬੱਚਿਓ ਆਉਂਦਾ ਲੱਜ। ਨਿੱਕੀਆਂ ਨਿੱਕੀਆਂ ਬਾਹਾਂ, ਵੱਡੀਆਂ ਵੱਡੀਆਂ ਲੱਜਾਂ, ਇਸ ਕਵਿਤਾ ਦੇ ਪਹਿਲੇ ਸਟੈਂਜੇ ਦੇ ਵਿੱਚ ਹੀ ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਨੇ, ਹੈ ਨਾ। ਲੱਜ ਖੂਹ ਵਿੱਚੋਂ ਪਾਣੀ ਖਿੱਚਣ ਲਈ ਬਾਲਟੀ ਨਾਲ ਬੰਨ੍ਹੀ ਗਈ ਰੱਸੀ ਨੂੰ ਕਿਹਾ ਜਾਂਦਾ ਹੈ। ਪੁਰਾਣੇ ਸਮੇਂ ਵਿੱਚ ਜਦੋਂ ਪੀਣ ਵਾਲੇ ਪਾਣੀ ਲਈ ਨਲਕੇ ਜਾਂ ਕੋਈ ਹੋਰ ਸਾਧਨ ਨਹੀਂ ਸਨ, ਉਸ ਸਮੇਂ ਪੀਣ ਲਈ ਪਾਣੀ ਖੂਹਾਂ ਵਿੱਚੋਂ ਹੀ ਕੱਢਿਆ ਜਾਂਦਾ ਸੀ ਅਤੇ ਖੂਹ ਦੇ ਉੱਪਰ ਇੱਕ ਗੋਲ ਭੌਣੀ ਜਿਹੀ ਲਗਾਈ ਜਾਂਦੀ ਸੀ ਅਤੇ ਬਾਲਟੀ ਨਾਲ ਲੱਜ ਬੰਨ੍ਹ ਕੇ ਇਸ ਭੌਣੀ ਉੱਪਰ ਦੀ ਬਾਲਟੀ ਖੂਹ ਵਿੱਚ ਉਤਾਰੀ ਜਾਂਦੀ ਸੀ ਅਤੇ ਇਸ ਭੌਣੀ ਨਾਲ ਪਾਣੀ ਦੀ ਭਰੀ ਬਾਲਟੀ ਖੂਹ ਵਿੱਚੋਂ ਬਾਹਰ ਖਿੱਚਣੀ ਆਸਾਨ ਹੋ ਜਾਂਦੀ ਸੀ। ਜਿਵੇਂ ਅਸੀਂ
ਇਹ ਦੇਖ ਸਕਦੇ ਹਾਂ। ਦੇਖੋ ਇੱਕ ਤਸਵੀਰ ਬਣਾਈ ਹੋਈ ਆ ਕਿ ਇਹ ਵਾਲਾ ਖੂਹ ਆ ਉੱਪਰ ਭੌਣੀ ਬਣੀ ਹੋਈ ਆ ਇੱਕ, ਜਿਹੜੀ ਇਹਦੇ ਨਾਲ ਚੱਲਦੀ ਆ। ਅਤੇ ਦੇਖੋ ਆ ਬਾਲਟੀ ਦੇ ਨਾਲ ਜਿਹੜਾ ਬੰਨ੍ਹਿਆ ਹੋਇਆ ਰੱਸਾ ਹੈ, ਰੱਸੀ ਹੈ ਜਿਹਦੇ ਨਾਲ ਬਾਲਟੀ ਖੂਹ 'ਚ ਲਮਕਾਈ ਜਾਂਦੀ ਹੈ, ਇਸ ਰੱਸੀ ਨੂੰ ਲੱਜ ਕਿਹਾ ਜਾਂਦਾ। ਇਹ ਸ਼ਬਦ ਇਸ ਕਵਿਤਾ ਦੇ ਵਿੱਚ ਆਇਆ। ਇੱਕ ਵਾਰ ਆਪਾਂ ਇਸ ਕਵਿਤਾ ਦੀ ਥੋੜ੍ਹੀ ਜਿਹੀ ਵਿਆਖਿਆ ਕਰ ਲੈਂਦੇ ਹਾਂ ਕਿ ਕੋਲ ਇਹ ਖੂਹ ਉੱਤੇ ਪਿੱਪਲ ਹੇਠ ਨਿੱਕੀ ਵੱਡੀ ਘੱਗਰੀਆਂ, ਨਿੱਕੀਆਂ ਨਿੱਕੀਆਂ ਬਾਹਾਂ, ਵੱਡੀਆਂ ਵੱਡੀਆਂ ਲੱਜਾਂ, ਕੁੜੀਆਂ ਪੰਜਾਬ ਦੀਆਂ, ਕਿ ਪੰਜਾਬ ਦੀਆਂ ਕੁੜੀਆਂ ਖੂਹ ਉੱਤੇ ਪਿੱਪਲ ਹੇਠ ਇਕੱਠੀਆਂ ਹੋਈਆਂ ਵੀਆਂ, ਜਿਨ੍ਹਾਂ ਦੇ ਨਿੱਕੀਆਂ ਵੱਡੀਆਂ ਹਰ ਤਰ੍ਹਾਂ ਦੀਆਂ ਘੱਗਰੀਆਂ ਪਾਈਆਂ ਹੋਈਆਂ, ਅਤੇ ਉਹਨਾਂ ਦੀਆਂ ਬਾਹਾਂ ਭਾਵੇਂ ਨਿੱਕੀਆਂ ਪਰ ਵੱਡੀਆਂ ਵੱਡੀਆਂ ਲੱਜਾਂ ਉਹ ਖੂਹ 'ਚ, ਵੱਡੀਆਂ ਵੱਡੀਆਂ ਲੱਜਾਂ ਮਤਲਬ ਉਹ ਜਿਹੜੀਆਂ ਰੱਸੀਆਂ ਉਹ ਖੂਹ 'ਚ ਸੁੱਟ ਰਹੀਆਂ ਉਹਨਾਂ ਬਾਹਾਂ ਨਾਲ, ਅਤੇ ਪਾਣੀ ਖਿੱਚ ਰਹੀਆਂ ਨੇ। ਪਾਣੀ ਪਈਆਂ ਭਰਦੀਆਂ, ਪਾਣੀ ਖੂਹ ਵਿੱਚੋਂ ਕੱਢਦੀਆਂ, ਕੁਝ ਡੋਲਦੀਆਂ, ਕੁਝ ਭਰਦੀਆਂ, ਕੁਝ ਛੱਟੇ ਮਾਰ ਮਾਰ ਬੁਝਾਉਂਦੀਆਂ, ਮੂੰਹ 'ਤੇ ਪਾਉਂਦੀਆਂ, ਡੋਲ ਡੋਲ ਹੱਥਾਂ ਨਾਲ ਪੈਰਾਂ ਨੂੰ ਨੁਹਾਲਦੀਆਂ। ਪਾਣੀ ਭਰ ਰਹੀਆਂ ਨੇ ਸਾਰੀਆਂ ਉਹ ਕੁੜੀਆਂ ਉੱਥੇ, ਪਾਣੀ ਖੂਹ ਵਿੱਚੋਂ ਕੱਢ ਰਹੀਆਂ ਨੇ, ਕੁਝ ਡੋਲ ਰਹੀਆਂ ਨੇ, ਕੁਝ ਭਰ ਰਹੀਆਂ ਨੇ, ਕੁਝ ਇੱਕ ਦੂਜੀ 'ਤੇ ਛੱਟੇ ਮਾਰ ਮਾਰ ਕੇ ਐਵੇਂ ਬੁਝਾਉਂਦੀਆਂ, ਐਵੇਂ ਗਵਾ ਰਹੀਆਂ ਨੇ, ਮੂੰਹ 'ਤੇ ਪਾ ਰਹੀਆਂ ਨੇ, ਡੋਲ ਰਹੀਆਂ ਨੇ ਹੱਥਾਂ ਨਾਲ, ਕੁਝ ਪਾਣੀ ਪੈਰਾਂ 'ਤੇ ਪਾ ਰਹੀਆਂ ਨੇ ਕੱਢ ਕੇ ਖੂਹ ਦੇ ਵਿੱਚੋਂ। ਆਏ ਗਏ ਕਵੀ ਕਵੀਸ਼ਰ ਨੂੰ ਪਾਣੀ ਬੁੱਕਾਂ ਨਾਲ ਪਿਆਲਦੀਆਂ। ਕੋਈ ਉੱਥੋਂ ਦੀ ਲੰਘਦਾ ਟੱਪਦਾ ਕੋਈ ਕਵੀ, ਕੋਈ ਕਵੀਸ਼ਰ, ਕਵੀਸ਼ਰੀ ਕਰਨ ਵਾਲੇ ਲੰਘਦੇ ਟੱਪਦੇ ਆ ਅਤੇ ਉਹਨਾਂ ਨੂੰ ਪਾਣੀ ਪਿਆ ਵੀ ਦਿੰਦੀਆਂ। ਖੂਹ 'ਤੇ ਵੀ ਇੱਕ ਜੀਵਨ ਹੈ, ਇੱਕ ਜ਼ਿੰਦਗੀ ਆ ਉੱਥੇ ਜਿਹੜੀ ਉਹ ਜਿਉਂ ਰਹੀਆਂ ਨੇ, ਜਿਹੜੀ ਉਹ ਖੁਸ਼ੀ ਉੱਥੇ ਖੂਹ 'ਤੇ ਵੀ ਇੱਕ ਰੰਗ ਬਿਰੰਗੀ ਹੈ, ਜੀਵਨ ਰੰਗ ਬਿਰੰਗੀ ਹੈ। ਦੋ ਗੱਲਾਂ ਕਰਨੀਆਂ ਕਰਾਉਣੀਆਂ, ਦੋ ਸੁਣਨੀਆਂ ਸੁਣਾਉਣੀਆਂ। ਦੋ ਗੱਲਾਂ ਇੱਕ ਦੂਜੀ ਨਾਲ ਕਰ ਲੈਂਦੀਆਂ ਨੇ ਆਨੇ ਬਹਾਨੇ, ਦੋ ਸੁਣ ਲੈਂਦੀਆਂ, ਦੋ ਸੁਣਾ ਲੈਂਦੀਆਂ, ਇੱਕ ਦੂਜੇ ਦਾ ਹੱਥ ਵਟਾਉਂਦੀਆਂ, ਅਤੇ ਘੜੇ ਆ ਜਿਹੜੇ ਪਾਣੀ ਦੇ ਭਰ ਕੇ ਇੱਕ ਦੂਜੇ ਨੂੰ ਚੁਕਾਉਂਦੀਆਂ, ਫਿਰ ਰਲ ਮਿਲ ਕੇ ਗਾਉਂਦੀਆਂ ਅਤੇ ਹੇਕਾਂ ਲਾਉਂਦੀਆਂ। ਇਹ ਖੂਹ ਉੱਤੇ ਇੱਕ ਜੀਵਨ ਆ, ਇੱਕ ਦ੍ਰਿਸ਼ ਆ ਖੂਹ ਉੱਤੇ ਜਿਹੜੀਆਂ ਪੰਜਾਬ ਦੀਆਂ ਮੁਟਿਆਰਾਂ ਪਾਣੀ ਭਰਨ ਜਾਂਦੀਆਂ ਨੇ ਉਹਨਾਂ ਦਾ ਇੱਕ ਦ੍ਰਿਸ਼ ਚਿੱਤਰਨ ਇਸ ਕਵਿਤਾ ਦੇ ਵਿੱਚ ਪ੍ਰੋਫੈਸਰ ਪੂਰਨ ਸਿੰਘ ਹੋਰਾਂ ਨੇ ਕੀਤਾ ਕਿ ਉਹ ਕਿਵੇਂ ਉਹ ਪੰਜਾਬ ਦੀਆਂ ਮੁਟਿਆਰਾਂ ਜਿਹੜੀਆਂ ਘਰਾਂ ਦੇ ਵਿੱਚ ਬੈਠੀਆਂ ਹੋਈਆਂ ਸੀਗੀਆਂ, ਉਹ ਖੂਹ 'ਤੇ ਆਉਂਦੀਆਂ ਅਤੇ ਉਹਨਾਂ ਕੋਲ ਇੱਕ ਬਹਾਨਾ ਹੈ ਉਸ ਖੂਹ 'ਤੇ ਆ ਕੇ ਇਕੱਠੀਆਂ ਹੋਣ ਦਾ, ਕੁਝ ਗੱਲਾਂ ਕਰਨ ਦਾ, ਹੈ ਨਾ। ਤਾਂ ਉਹ ਗੱਲਾਂ ਦੇ ਬਹਾਨੇ ਉਹ ਆਪਣੇ ਮਨ ਦਾ ਭਾਰ ਹੌਲਾ ਕਰਦੀਆਂ ਨੇ, ਖੁਸ਼ ਹੁੰਦੀਆਂ ਨੇ, ਪਾਣੀ ਨਾਲ ਖੇਡਦੀਆਂ ਨੇ, ਅਤੇ ਇਹੀ ਉਹਨਾਂ ਦੇ ਜੀਵਨ ਦੀ ਇੱਕ ਖੂਬਸੂਰਤ ਝਾਕੀ ਇਸ ਕਵਿਤਾ ਦੇ ਵਿੱਚ ਪ੍ਰੋਫੈਸਰ ਪੂਰਨ ਸਿੰਘ ਹੋਰੀ ਪੇਸ਼ ਕਰਦੇ ਆ। ਸੋ ਅੱਜ ਆਪਾਂ ਪਿਆਰੇ ਬੱਚਿਓ ਪ੍ਰੋਫੈਸਰ ਪੂਰਨ ਸਿੰਘ ਹੋਰਾਂ ਦੇ ਜੀਵਨ ਬਾਰੇ, ਪੰਜਾਬੀ ਸਾਹਿਤ ਨੂੰ ਉਹਨਾਂ ਦੀ ਦੇਣ ਬਾਰੇ ਪੜ੍ਹਿਆ, ਅਤੇ ਨਾਲ ਨਾਲ ਸਾਡੇ ਪਾਠਕ੍ਰਮ ਦੇ ਵਿੱਚ ਸ਼ਾਮਲ ਪ੍ਰੋਫੈਸਰ ਪੂਰਨ ਸਿੰਘ ਹੋਰਾਂ ਦੀਆਂ ਦੋ ਕਵਿਤਾਵਾਂ ਪੰਜਾਬ ਦੇ ਮਜ਼ਦੂਰ ਅਤੇ ਖੂਹ ਉੱਤੇ ਪੜ੍ਹੀਆਂ। ਸੋ ਤੁਸੀਂ ਸਾਰੇ ਬੱਚਿਆਂ ਨੇ ਇਹ ਕਵਿਤਾਵਾਂ ਆਪਣੀ ਪਾਠ ਪੁਸਤਕ ਦੇ ਵਿੱਚੋਂ ਦੁਬਾਰਾ ਪੜ੍ਹਨੀਆਂ ਔਰ ਇਹਨਾਂ ਦੀ ਪ੍ਰਸੰਗ ਵਿਆਖਿਆ ਆਪਣੀਆਂ ਕਾਪੀਆਂ ਉੱਪਰ ਲਿਖਣੀ ਹੈ ਔਰ ਸਾਰੇ ਅਭਿਆਸੀ ਪ੍ਰਸ਼ਨ ਕਰਨੇ ਹਨ। ਜੇ ਕਿਸੇ ਵਿਦਿਆਰਥੀ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਆਪਣੇ ਅਧਿਆਪਕ ਦੀ ਮਦਦ ਲੈਣੀ ਆ। ਮੈਂ ਆਸ ਕਰਦਾ ਹਾਂ ਕਿ ਸਾਰੇ ਵਿਦਿਆਰਥੀ ਇਸ ਲੈਕਚਰ ਦਾ ਜ਼ਰੂਰ ਲਾਭ ਲੈਣਗੇ। ਤੁਹਾਡਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ।